तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। ਸਤਨਾਮ ਸ਼੍ਰੀ ਵਾਹਿਗੁਰੂ ਜੀ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ। ਜਬ ਗੁਰ ਬੋਲੇ ਹੈ ਤਬ ਬਿਸਮ ਹੋਏ ਜਾਏ। हम जैसे अपराधी अवर कोई राखै। जैसे हम सतगुर राख लिए छड़ाए। तू गुर पिता तू है गुर माता। तू गुर बंदप मेरा सखा सखाए। श्री हर कृष्ण ध्याईऐ जिस डिठै सब दुख जाए। तेग बहादुर सिमरिऐ कर नाम नित आवे ताए। तेग बहादुर सिमरिऐ कर नाम नित आवे ताए। सब थाई होए सहाय। परम सन्मानयोग जुगो जुग अटल तख्त चबर छत्र दे मालक सतगुरु श्री गुरु ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕੇ ਆਪ ਸੰਗਤ ਲੜੀਵਾਰ ਸਤਿਗੁਰ ਮਹਾਰਾਜ ਜੀ ਦੀ ਜੀਵਨ ਕਥਾ ਸਰਵਨ ਕਰ ਰਹੇ ਹੋ। ਸਤਿਗੁਰ ਮਹਾਰਾਜ ਬਖਸ਼ਿਸ਼ ਕਰਨ ਵਿੱਚ ਵਰਤਨ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਸਕੀਏ। ਆਪ ਸੰਗਤ ਆਸੀਸ ਬਖਸ਼ੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਨ ਕੀਤਾ ਕਿ ਜਿਸ ਸਮੇਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਪਟਨੇ ਤੋਂ ਚੱਲਣ ਲੱਗੇ ਨੇ। ਮਹਾਰਾਜ ਜੀ ਨੇ ਸੰਗਤ ਨੂੰ ਉੱਥੇ ਉਪਦੇਸ਼ ਦੇਣਾ ਕੀਤਾ। ਸਤਿਗੁਰ ਮਹਾਰਾਜ ਜੀ ਨੇ ਸੋਰਠ ਰਾਗ ਦੇ ਅੰਦਰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸਨੇਹ ਅਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਮਹਾਰਾਜ ਜੀ ਨੇ ਇਹ ਉਪਦੇਸ਼ ਉੱਥੇ ਪਟਨਾ ਸਾਹਿਬ ਤੋਂ ਚੱਲਣ ਵੇਲੇ ਸੰਗਤ ਨੂੰ ਦੇਣਾ ਕੀਤਾ ਹੈ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਜਿਸ ਰਸਤੇ ਤੋਂ ਚੱਲੇ ਮਹਾਰਾਜ ਜੀ ਨੇ ਇੱਕ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਪਰਿਵਾਰ ਨੇ ਵੀ ਬਾਅਦ ਵਿੱਚ ਉਸ ਪਟਨੇ ਦੀ ਧਰਤੀ ਤੋਂ ਪੰਜਾਬ ਵਾਲੇ ਪਾਸੇ ਨੂੰ ਆਉਣਾ ਹੈ ਅਤੇ ਮਹਾਰਾਜ ਪਾਤਸ਼ਾਹ ਜੀ ਇੱਕ ਰਸਤੇ ਦਾ ਆਪ ਨਿਰੀਖਣ ਕਰਨਾ ਸੀ। ਦੂਸਰਾ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਲੰਮੇ ਸਮੇਂ ਤੋਂ ਇਸ ਇਲਾਕਿਆਂ ਤੋਂ ਦੂਰ ਰਹਿਣ ਕਰਕੇ ਮਹਾਰਾਜ ਜੀ ਦਾ ਮਨ ਸੀ ਕਿ ਇਹਨਾਂ ਇਲਾਕਿਆਂ ਦੇ ਵਿੱਚ ਦੁਬਾਰਾ ਫਿਰ ਸੰਗਤ ਦੇ ਨਾਲ ਜਿਹੜਾ ਹੈ ਉਹ ਤਾਲਮੇਲ ਬਣਿਆ ਰਹੇ ਅਤੇ ਸਤਿਗੁਰ ਮਹਾਰਾਜ ਜੀ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਮਹਾਰਾਜ ਜੀ ਬਨਾਰਸ ਦੀ ਧਰਤੀ 'ਤੇ ਜਾਂਦੇ ਨੇ। ਵਾਪਸੀ ਦੇ ਸਮੇਂ ਸਤਿਗੁਰ ਮਹਾਰਾਜ ਬਨਾਰਸ ਰੁਕਦਿਆਂ ਲੀਚੀ ਬਾਗ ਦੇ ਅੰਦਰ ਸਤਿਗੁਰ ਮਹਾਰਾਜ ਜੀ ਨੇ ਚਰਨ ਪਾਉਣਾ ਕੀਤੇ। ਉੱਥੋਂ ਦੀ ਸੰਗਤ ਨੂੰ ਸਤਿਗੁਰ ਮਹਾਰਾਜ ਜੀ ਨੇ ਨਾਮ ਬਾਣੀ ਦਾ ਉਪਦੇਸ਼ ਦੇਣਾ ਕੀਤਾ। ਇਸ ਤੋਂ ਅੱਗੇ ਸਤਿਗੁਰ ਮਹਾਰਾਜ ਜੀ ਜੌਨਪੁਰ ਜਾਂਦੇ ਨੇ। ਆਪ ਜੀ ਨੇ ਪਿੱਛੇ ਸਰਵਨ ਕੀਤਾ ਸੀ ਕਿ ਜੌਨਪੁਰ ਦੇ ਰਹਿਣ ਵਾਲੇ ਮਸੰਦ ਸਨ ਭਾਈ ਗੁਰਬਖਸ਼ ਜੀ, ਜਿਨ੍ਹਾਂ ਨੂੰ ਸਤਿਗੁਰ ਮਹਾਰਾਜ ਜੀ ਨੇ ਇਹ ਅਸੀਸ ਦਿੱਤੀ ਸੀ ਕਿ ਤੁਹਾਡੇ ਘਰ ਦੇ ਵਿੱਚ ਕਥਾ ਕੀਰਤਨ ਹਮੇਸ਼ਾ ਰਹੇਗਾ। ਔਰ ਮਹਾਰਾਜ ਜੀ ਨੇ ਜੌਨਪੁਰ ਦੀ ਸੰਗਤ ਨੂੰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਮ੍ਰਿਦੰਗ ਵੀ ਦਿੱਤੀ ਸੀ, ਜਿਹਦੇ ਕਰਕੇ ਮ੍ਰਿਦੰਗ ਵਾਲੇ ਸੰਗਤ ਵੀ ਜਿਹੜੀ ਹੈ ਜੌਨਪੁਰ ਦੀ ਮਸ਼ਹੂਰ ਹੋਈ।
ਸਤਿਗੁਰ ਮਹਾਰਾਜ ਜੌਨਪੁਰ ਜਾਂਦੇ ਨੇ ਤੇ ਭਾਈ ਗੁਰਬਖਸ਼ ਜੀ ਤੇ ਹੋਰ ਬੇਅੰਤ ਸੰਗਤਾਂ ਨੇ ਆ ਕਰਕੇ ਸਤਿਗੁਰ ਮਹਾਰਾਜ ਜੀ ਦੇ ਚਰਨ ਪਰਸੇ। ਜੌਨਪੁਰ ਤੋਂ ਅਗਲਾ ਪੜਾਅ ਸਤਿਗੁਰ ਮਹਾਰਾਜ ਅਯੋਧਿਆ ਦੀ ਧਰਤੀ ਤੇ ਕਰਦੇ ਆ। ਅਯੋਧਿਆ ਦੀ ਧਰਤੀ ਦੇ ਸਤਿਗੁਰ ਮਹਾਰਾਜ ਜੀ ਨੇ ਜਿਸ ਜਗ੍ਹਾ ਤੇ ਸਰਜੂ ਨਦੀ ਦਾ ਉਹ ਕੰਢਾ ਹੈ, ਜਿੱਥੇ ਸਤਿਗੁਰ ਮਹਾਰਾਜ ਜੀ ਨੇ ਪੜਾਅ ਕਰਨਾ ਕੀਤਾ, ਔਰ ਸਤਿਗੁਰ ਮਹਾਰਾਜ ਨੇ ਜਿੱਥੇ ਚਰਨ ਪਾਏ ਉਸ ਅਸਥਾਨ ਦੇ ਉੱਤੇ ਗੁਰਦੁਆਰਾ ਬ੍ਰਹਮ ਕੁੰਡ ਜਿਹੜਾ ਹੈ ਉਹ ਅੱਜ ਸੁਭਾਏਮਾਨ ਹੈ। ਸਤਿਗੁਰ ਮਹਾਰਾਜ ਜੀ ਇਹਨਾਂ ਇਲਾਕਿਆਂ ਤੋਂ ਹੁੰਦਿਆਂ ਸੱਚੇ ਪਾਤਸ਼ਾਹ ਮਹਾਰਾਜ ਫਿਰ ਲਖਨਊ ਵਿਖੇ ਜਾਂਦੇ ਨੇ। ਲਖਨਊ ਦੀ ਧਰਤੀ ਦੇ ਉੱਪਰ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਸਿੱਖੀ ਪ੍ਰਾਪਤ ਕੀਤੀ ਹੈ। ਭਾਈ ਚੂਹੜ ਜੀ ਜਿਹੜੇ ਚੋਜੜ ਖੱਤਰੀ ਜਾਤ ਦੇ ਨਾਲ ਜਿਨ੍ਹਾਂ ਦਾ ਸੰਬੰਧ ਸੀ, ਉਹਨਾਂ ਨੇ ਇਸ ਲਖਨਊ ਦੇ ਇਲਾਕੇ ਦੇ ਵਿੱਚ ਬਹੁਤ ਪ੍ਰਚਾਰ ਕੀਤਾ। ਭਾਈ ਗੁਰਦਾਸ ਸਾਹਿਬ ਜੀ ਆਪਣੀ ਵਾਰਾਂ ਦੇ ਅੰਦਰ ਜਦੋਂ ਭਗਤ ਮਾਲਾ ਉਹ ਲਿਖਦੇ ਨੇ, ਭਗਤਾਂ ਦੀ ਨਾਮਾਵਲੀ ਲਿਖਦੇ ਨੇ, ਉਸ ਵੇਲੇ ਇੱਕ ਪੰਕਤੀ ਜਿਹੜੀ ਹੈ ਉਹਨਾਂ ਨੇ ਭਾਈ ਚੂਹੜ ਦੇ ਪ੍ਰਥਾਏ ਲਿਖੀ, ਚੂਹੜ ਚੌਜੜ ਲਖਨਊ ਗੁਰਮੁਖ ਅੰਦਿਨ ਨਾਮ ਵਖਾਨੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਚੂਹੜ ਜਿਹੜੇ ਨੇ ਉਹ ਲਖਨਊ ਦੇ ਰਹਿਣ ਵਾਲੇ, ਲਖਨਊ ਦੇ ਇਲਾਕੇ ਦੇ ਵਿੱਚ ਪ੍ਰਚਾਰ ਕਰਨ ਵਾਲੇ ਗੁਰਸਿੱਖ ਨੇ, ਤੇ ਜੀਵਨ ਉਹਨਾਂ ਨੇ ਲਿਖਿਆ ਗੁਰਮੁਖ ਅਨ ਦਿਨ ਨਾਮ ਵਖਾਨੀ। ਅਨ ਦਿਨ ਤੋਂ ਭਾਵ ਹੁੰਦਾ ਹੈ ਦਿਨ ਅਤੇ ਰਾਤ, ਕਿ ਭਾਈ ਚੂਹੜ ਦੇ ਜੀਵਨ ਦੇ ਵਿੱਚ ਕੋਈ ਵੀ ਐਸਾ ਸਮਾਂ ਨਹੀਂ ਕਿ ਜਿਸ ਵੇਲੇ ਉਹਨਾਂ ਨੂੰ ਰੱਬ ਭੁੱਲਿਆ ਹੋਵੇ। ਉਹ ਦਿਨ ਰਾਤ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜੇ ਰਹਿੰਦੇ ਨੇ। ਭਾਈ ਚੂਹੜ ਜੀ ਪ੍ਰਚਾਰ ਕਰਦਿਆਂ ਹੋਇਆਂ ਉਹਨਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ, ਸੋਹਣੇ ਤਰੀਕੇ ਦੇ ਨਾਲ ਉਦਾਹਰਨਾਂ ਦੇ ਕਰਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕਰਨਾ। ਇੱਕ ਉਹਨਾਂ ਦੇ ਜੀਵਨ ਦੇ ਵਿੱਚੋਂ ਉਦਾਹਰਨ ਮਿਲਦੀ ਹੈ। ਭਾਈ ਚੂਹੜ ਜੀ ਕਹਿੰਦੇ ਨੇ ਕਿ ਇੱਕ ਬਹੁਤ ਹੀ ਧਰਮੀ ਰਾਜਾ, ਘਰ ਵਾਲੀ ਵੀ ਉਹਦੀ ਬਹੁਤ ਧਰਮੀ, ਪਰ ਉਹਨਾਂ ਦੇ ਘਰ ਦੇ ਵਿੱਚ ਸੰਤਾਨ ਕੋਈ ਨਾ। ਰਾਣੀ ਨੇ ਕਈ ਵਾਰ ਰਾਜੇ ਨੂੰ ਕਹਿਣਾ ਕਿ ਤੁਸੀਂ ਦੂਸਰਾ ਵਿਆਹ ਕਰੋ, ਕਿਉਂਕਿ ਤੁਸੀਂ ਧਰਮੀ ਰਾਜੇ ਹੋ, ਤੇ ਕੱਲ੍ਹ ਨੂੰ ਜੇ ਤੁਸੀਂ ਚੜ੍ਹਾਈ ਕਰ ਗਏ ਜਾਂ ਮੈਂ ਚੜ੍ਹਾਈ ਕਰ ਗਈ, ਰਾਜ ਭਾਗ ਅੱਗੇ ਕੌਣ ਸੰਭਾਲੇਗਾ। ਤੇ ਪ੍ਰਜਾ ਜਿਹੜੀ ਹੈ ਉਹ ਸਾਡੇ ਬੱਚਿਆਂ ਦੇ ਸਮਾਨ ਹੈ, ਇਸ ਕਰਕੇ ਪ੍ਰਜਾ ਦੇ ਸੁੱਖ ਦੇ ਵਾਸਤੇ ਆਪ ਜੀ ਦੂਸਰੀ ਸ਼ਾਦੀ ਕਰੋ ਤਾਂ ਕਿ ਘਰ 'ਚ ਸੰਤਾਨ ਹੋ ਸਕੇ ਤੇ ਰਾਜ ਭਾਗ ਜਿਹੜਾ ਹੈ ਉਹ ਅੱਗੇ ਵੀ ਸਾਡਾ ਚੱਲਦਾ ਰਹੇ। ਰਾਜਾ ਵੀ ਧਰਮੀ ਸੀ ਤੇ ਰਾਣੀ ਦੇ ਨਾਲ ਉਹਦਾ ਬਹੁਤ ਜ਼ਿਆਦਾ ਪ੍ਰੇਮ ਸਨੇਹ ਸੀ, ਪਰ ਉਹਨੇ ਹਰ ਵਾਰੀ ਇਸ ਗੱਲ ਨੂੰ ਟਾਲ ਜਾਣਾ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਤੇਰੇ ਹੁੰਦਿਆਂ ਮੈਂ ਦੂਸਰੀ ਸ਼ਾਦੀ ਕਿਵੇਂ ਕਰ ਸਕਦਾ। ਇੱਕ ਦਿਨ ਉਸ ਰਾਣੀ ਨੇ ਬਿਲਕੁਲ ਜਿਵੇਂ ਕਸਮ ਦੇ ਕਰਕੇ ਰਾਜੇ ਨੂੰ ਆਖਿਆ ਸੀ ਕਿ ਨਹੀਂ, ਜੇਕਰ ਤੁਸੀਂ ਮੈਨੂੰ ਸੱਚਮੁੱਚ ਪਿਆਰ ਕਰਦੇ ਹੋ ਤੇ ਮੇਰੀ ਗੱਲ ਨੂੰ ਵੀ ਮੰਨੋ। ਰਾਣੀ ਦੇ ਕਹਿਣ ਤੇ ਫਿਰ ਰਾਜੇ ਨੇ ਦੂਸਰੀ ਸ਼ਾਦੀ ਕੀਤੀ। ਜਿਸ ਦੇ ਨਾਲ ਸ਼ਾਦੀ ਕੀਤੀ, ਉਹਦਾ ਜੀਵਨ ਇਵੇਂ ਦਾ ਸੀ ਕਿ ਉਹਦੇ ਜੀਵਨ ਦੇ ਵਿੱਚ ਲਾਲਚ ਭਰਿਆ ਹੋਇਆ ਸੀ। ਉਸ ਲਾਲਚ ਬਿਰਤੀ ਵਾਲੀ ਜਿਹੜੀ ਇਸਤਰੀ ਸੀ, ਉਹਨੇ ਆਉਂਦਿਆਂ ਹੀ ਇਹ ਹੁਕਮ ਕਰ ਦਿੱਤਾ ਕਿ ਜੇਕਰ ਤੁਸੀਂ ਮੇਰੇ ਨਾਲ ਸ਼ਾਦੀ ਕੀਤੀ ਹੈ ਤੇ ਦੂਸਰੀ ਜਿਹੜੀ ਵੱਡੀ ਰਾਣੀ ਹੈ ਉਹਨੂੰ ਤੁਸੀਂ ਨਹੀਂ ਮਿਲੋਗੇ। ਵੱਡੀ ਰਾਣੀ ਨੇ ਇਹ ਸ਼ਰਤ ਵੀ ਪ੍ਰਵਾਨ ਕਰ ਲਈ ਕਿ ਮੈਂ ਹੀ ਨਹੀਂ ਮਿਲਾਂਗੀ ਰਾਜੇ ਨੂੰ। ਫਿਰ ਹੌਲੀ ਹੌਲੀ ਉਸ ਰਾਣੀ ਨੇ ਜਿਹੜਾ ਸੀ, ਨਵੀਂ ਵਿਆਹੀ ਰਾਣੀ ਨੇ ਇਹ ਕਹਿ ਦਿੱਤਾ ਕਿ ਜਿੰਨੀ ਦੇਰ ਤੱਕ ਇਹ ਵੱਡੀ ਰਾਣੀ ਮਹਿਲਾਂ ਦੇ ਵਿੱਚ ਰਹਿੰਦੀ ਹੈ ਮੈਨੂੰ ਸੁੱਖ ਨਹੀਂ ਮਿਲਣਾ, ਤੁਸੀਂ ਕਿਵੇਂ ਨਾ ਕਿਵੇਂ ਇਸ ਰਾਣੀ ਨੂੰ ਮਹਿਲਾਂ ਤੋਂ ਦੂਰ ਭੇਜ ਦਿਓ। ਉਸ ਰਾਣੀ ਦੇ ਵਾਸਤੇ ਵੱਡੀ ਰਾਣੀ ਜਿਹੜੀ ਧਰਮ ਦੇ ਵਿੱਚ ਪਰਪੱਕ ਸੀ, ਪਤੀ ਪ੍ਰੇਮ ਦੇ ਵਿੱਚ ਪਰਪੱਕ ਸੀ, ਉਹਨੂੰ ਮਹਿਲਾਂ ਤੋਂ ਬਾਹਰ ਇੱਕ ਛੋਟਾ ਜਿਹਾ ਕਮਰਾ, ਇੱਕ ਨਿਵਾਸ ਬਣਾ ਦਿੱਤਾ ਗਿਆ, ਉੱਥੇ ਰਹਿਣ ਨੂੰ ਭੇਜ ਦਿੱਤਾ ਗਿਆ। ਉਹ ਰਾਣੀ ਹੱਸਦਿਆਂ ਹੋਇਆਂ ਉੱਥੇ ਚਲੇ ਗਈ, ਪਰ ਇੱਕ ਸ਼ਰਤ ਉਹਨੇ ਨਾਲ ਰੱਖੀ, ਕਹਿੰਦੀ ਮੈਂ ਮਹਿਲ ਤਾਂ ਛੱਡਾਂਗੀ ਪਰ ਇੱਕ ਸ਼ਰਤ 'ਤੇ ਛੱਡ ਸਕਦੀ ਹਾਂ। ਸ਼ਰਤ ਕੀ ਰੱਖੀ ਕਿ ਰਾਜੇ ਦੇ ਜਿਹੜੇ ਬਸਤਰ ਨੇ ਉਹ ਮੈਂ ਆਪਣੇ ਹੱਥੀਂ ਅੱਗੇ ਵੀ ਧੋਂਦੀ ਸੀ, ਇਹ ਜਿਹੜੀ ਸੇਵਾ ਹੈ ਹੁਣ ਵੀ ਮੈਂ ਕਰਨਾ ਚਾਹੁੰਦੀ ਹਾਂ। ਮਹਿਲਾਂ ਤੋਂ ਮੈਂ ਦੂਰ ਰਹਿ ਸਕਦੀ, ਪਰ ਇਹ ਬਸਤਰ ਧੋਣ ਦੀ ਜਿਹੜੀ ਸੇਵਾ ਹੈ ਇਹਨੂੰ ਮੈਂ ਨਹੀਂ ਛੱਡ ਸਕਦੀ। ਛੋਟੀ ਰਾਣੀ ਨੇ ਮਨ ਦੇ ਵਿੱਚ ਸੋਚਿਆ ਕਿ ਚਲੋ ਕੱਪੜੇ ਹੀ ਤਾਂ ਧੋਣੇ ਆ ਤੇ ਇਹਦੇ ਵਿੱਚ ਕੀ ਹੋਣ ਲੱਗਾ। ਉਹਨੇ ਕੱਪੜੇ ਭੇਜ ਦਿਆ ਕਰਨੇ, ਉਹਨੇ ਧੋ ਬਣਾ ਕੇ ਉਹਨਾਂ ਨੂੰ ਜਦੋਂ ਸੁੱਕਣ ਵਾਸਤੇ ਪਾਉਣਾ, ਕੋਲ ਖੜੀ ਹੋ ਕਰਕੇ ਉਹਨੇ ਉਹ ਕੱਪੜੇ ਸੁਕਾਉਣੇ, ਵਾਪਸ ਉਹ ਚੰਗੀ ਤਰ੍ਹਾਂ ਸਵਾਰ ਕਰਕੇ ਉਹ ਰਾਜੇ ਦੇ ਮਹਿਲਾਂ ਦੇ ਵਿੱਚ ਭੇਜਦੇ ਨੇ।
ਕਾਫੀ ਸਮਾਂ ਜਿਹੜਾ ਸੀ ਇਸੇ ਤਰ੍ਹਾਂ ਬਤੀਤ ਹੋਇਆ। ਹੁਣ ਛੋਟੀ ਰਾਣੀ ਜਿਹੜੀਆਂ ਗੋਲੀਆਂ ਸੀ ਉਹਨਾਂ ਨੂੰ ਪੁੱਛਦੀ ਹੈ ਕਿ ਰਾਣੀ ਵੱਡੀ ਮਹਿਲਾਂ ਤੋਂ ਦੂਰ ਰਹਿੰਦੀ ਹੈ, ਉਹਦੇ ਕੋਲ ਕੋਈ ਸੁੱਖ ਸਹੂਲਤ ਵੀ ਕੋਈ ਚੰਗੀ ਨਹੀਂ, ਉਹ ਕੱਪੜੇ ਧੋ ਕੇ ਭੇਜ ਦਿੰਦੀ। ਕਦੀ ਉਹਨੇ ਮਨ ਦੇ ਵਿੱਚ ਇਹ ਨਹੀਂ ਇੱਛਾ ਜ਼ਾਹਰ ਕੀਤੀ ਕਿ ਮੈਂ ਰਾਜੇ ਨੂੰ ਮਿਲਣਾ ਚਾਹੁੰਦੀ ਹਾਂ। ਉਹਨਾਂ ਗੋਲੀਆਂ ਦਾਸੀਆਂ ਨੇ ਕਹਿਣਾ ਨਹੀਂ, ਅਸਲ ਦੇ ਵਿੱਚ ਉਹ ਤਾਂ ਉੱਥੇ ਜਾ ਕੇ ਵੀ ਬਹੁਤ ਜ਼ਿਆਦਾ ਖੁਸ਼ ਹੈ। ਉਹਨੇ ਪੁੱਛਿਆ ਉਹਦੀ ਖੁਸ਼ੀ ਦਾ ਕਾਰਨ ਕੀ। ਹੁਣ ਜਿਨ੍ਹਾਂ ਦੀ ਜੈਸੀ ਮੱਤ ਹੋਵੇ ਨਾ, ਉਹ ਉਨੀ ਕੀ ਗੱਲ ਦੱਸ ਸਕਦੇ ਆ। ਉਹਨਾਂ ਗੋਲੀਆਂ ਨੇ ਛੋਟੀ ਰਾਣੀ ਨੂੰ ਕਹਿਣ ਲੱਗੇ, ਕਹਿੰਦੇ ਜੀ ਅਸਲ ਦੇ ਵਿੱਚ ਨਾ ਉਹਦੀ ਮਾਂ ਨੇ ਉਹਨੂੰ ਇੱਕ ਹਾਰ ਦਿੱਤਾ ਸੀ, 9 ਲੱਖਾ ਹਾਰ ਏ, ਅਤੇ ਉਸ 9 ਲੱਖੇ ਹਾਰ ਦੇ ਕਰਕੇ ਉਹਦੇ ਚਿਹਰੇ 'ਤੇ ਖੁਸ਼ੀ ਬੜੀ ਰਹਿੰਦੀ, ਕਿਉਂਕਿ ਉਹ ਹਾਰ ਬਹੁਤ ਕੀਮਤੀ, ਉਹ ਆਪਣੇ ਆਪ ਨੂੰ ਅਜੇ ਵੀ ਅਮੀਰ ਸਮਝਦੀ ਏ। ਉਹਨਾਂ ਨੇ ਜਦੋਂ ਇਹ ਗੱਲ ਗੋਲੀਆਂ ਨੇ ਦੱਸਣਾ ਕੀਤੀ ਤੇ ਛੋਟੀ ਰਾਣੀ ਦੇ ਮਨ ਦੇ ਵਿੱਚ ਇਹ ਖਿਆਲ ਪੈਦਾ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਹਾਰ ਜਿਹੜਾ ਹੈ ਮੈਂ ਪ੍ਰਾਪਤ ਕਰਨਾ ਹੈ, ਕਿਉਂਕਿ ਉਹਦੇ ਕੋਲ ਖੁਸ਼ੀ ਨਹੀਂ ਰਹਿਣੀ ਚਾਹੀਦੀ। ਉਹਨੇ ਇੱਕ ਗੋਲੀ ਦਾਸੀ ਨੂੰ ਭੇਜਣਾ ਕੀਤਾ, ਕਹਿੰਦੇ ਜਾ ਪੁੱਛ ਜਾ ਕੇ ਕਿ ਉਸ 9 ਲੱਖੇ ਹਾਰ ਨੂੰ ਉਹ ਵੇਚਣਾ ਚਾਹੁੰਦੀ ਹੈ, ਮੁੱਲ ਪਾਉਣਾ ਚਾਹੁੰਦੀ ਹੈ। ਮੈਂ ਹਰ ਮੁੱਲ ਦੇ ਕੇ ਉਹ 9 ਲੱਖਾ ਹਾਰ ਖਰੀਦਣ ਨੂੰ ਤਿਆਰ ਹਾਂ। ਦਾਸੀ ਨੇ ਜਾ ਕਰਕੇ ਜਦੋਂ ਉਸ ਵੱਡੀ ਰਾਣੀ ਜਿਹੜੀ ਬਹੁਤ ਹੀ ਧਰਮੀ ਰਾਣੀ ਹੈ ਉਹਨੂੰ ਜਾ ਕੇ ਕਹਿਣਾ ਕੀਤਾ, ਕਹਿੰਦੇ ਹਾਰ ਛੋਟੀ ਰਾਣੀ ਖਰੀਦਣਾ ਚਾਹੁੰਦੀ, ਕੀ ਤੁਸੀਂ ਇਹਨੂੰ ਵੇਚੋਗੇ? ਵੱਡੀ ਰਾਣੀ ਨੇ ਕਿਹਾ ਹਾਂ। ਇੱਕਦਮ ਉਹਨਾਂ ਨੇ ਕਹਿ ਦਿੱਤਾ ਹਾਂ ਬਿਲਕੁਲ ਮੈਂ ਵੇਚਣ ਨੂੰ ਤਿਆਰ ਹਾਂ। ਕੀ ਉਹ ਮੁੱਲ ਦੇਣ ਨੂੰ ਤਿਆਰ ਹੈ? ਕਹਿੰਦੇ ਹਾਂ ਉਹ ਹਰ ਮੁੱਲ ਦੇਣ ਨੂੰ ਤਿਆਰ ਹੈ। ਵੱਡੀ ਰਾਣੀ ਨੇ ਇੱਕ ਗੱਲ ਸ਼ਰਤ ਰੱਖ ਦਿੱਤੀ, ਕਹਿਣ ਲੱਗੀ ਇਹ 9 ਲੱਖਾ ਹਾਰ ਮੈਂ ਦਿੱਤਾ, ਪਰ ਇਸ 9 ਲੱਖੇ ਹਾਰ ਦੇ ਬਦਲੇ ਇੱਕ ਵਾਰ ਮੈਂ ਰਾਜੇ ਦੇ ਆਪਣੇ ਪਤੀ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ। ਉਹਨਾਂ ਜਾ ਕੇ ਛੋਟੀ ਰਾਣੀ ਨੂੰ ਦੱਸਿਆ, ਉਹ ਕਹਿੰਦੀ ਇਹ ਤਾਂ ਸੌਦਾ ਹੀ ਬੜਾ ਸਸਤਾ ਕਿ ਇੱਕ 9 ਲੱਖਾ ਇੱਕ ਪਾਸੇ ਹਾਰ ਤੇ ਇੱਕ ਪਾਸੇ ਸਿਰਫ ਪਤੀ ਦੇ ਦਰਸ਼ਨ। ਉਹਨੇ ਕਿਹਾ ਹਾਂ ਬਿਲਕੁਲ ਕਰ ਸਕਦੀ। ਉਹਨੇ 9 ਲੱਖਾ ਹਾਰ ਭੇਜ ਦਿੱਤਾ। ਉਧਰ ਰਾਜੇ ਨੂੰ ਦੱਸਿਆ ਕਿ ਵੱਡੀ ਰਾਣੀ ਤੁਹਾਡੇ ਦਰਸ਼ਨ ਕਰਨ ਵਾਸਤੇ ਆ ਰਹੀ ਹੈ। ਵੱਡੀ ਰਾਣੀ ਜਦੋਂ ਗਈ ਉਹਦੀਆਂ ਅੱਖਾਂ ਸੇਜਲ ਹੋ ਚੁੱਕੀਆਂ ਸੀ। ਲੰਮੇ ਸਮੇਂ ਤੋਂ ਬਾਅਦ ਵਿੱਚ ਉਹਨੇ ਪਤੀ ਨੂੰ ਦੇਖਿਆ, ਚਰਨਾਂ ਦੇ ਉੱਤੇ ਨਮਸਕਾਰ ਕੀਤੀ, ਹੱਥ ਜੋੜ ਕੇ ਕਹਿੰਦੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਕਿ ਤੁਹਾਡੇ ਦਰਸ਼ਨ ਹੋਏ। ਰਾਜੇ ਨੇ ਸੁਭਾਵਿਕ ਹੀ ਕਹਿ ਦਿੱਤਾ ਕਿ ਸ਼ੁਕਰ ਮੇਰਾ ਨਾ ਕਰ, ਸ਼ੁਕਰ ਛੋਟੀ ਰਾਣੀ ਦਾ ਕਰ ਜਿਨਨੇ ਤੈਨੂੰ ਮੇਰੇ ਨਾਲ ਮਿਲਣ ਦੀ ਆਗਿਆ ਦੇ ਦਿੱਤੀ ਹੈ। ਇੱਕਦਮ ਉਹ ਜਿਹੜੇ ਅਥਰੂ ਸੀ ਰੁਕ ਗਏ ਵੱਡੀ ਰਾਣੀ ਦੇ। ਉਹ ਵਿਰਾਗ ਦੇ ਨਾਲ ਭਰਿਆ ਹੋਇਆ ਗਲਾ ਜਿਹੜਾ ਸੀ ਇੱਕਦਮ ਸੁੱਕਿਆ ਤੇ ਜੋਸ਼ ਵਿੱਚ ਆ ਕਰਕੇ ਵੱਡੀ ਰਾਣੀ ਕਹਿੰਦੀ ਤੇਰਾ ਸ਼ੁਕਰ ਮੈਂ ਲੱਖਾਂ ਵਾਰੀ ਕਰ ਸਕਦੀ ਹਾਂ, ਕਿਉਂਕਿ ਤੂੰ ਮੇਰਾ ਪਤੀ ਹੈ। ਮੈਂ ਉਹਦਾ ਸ਼ੁਕਰ ਇੱਕ ਵਾਰ ਨਹੀਂ ਕਰਾਂਗੀ ਕਿ ਜਿਸ ਨੇ ਆਪਣੇ ਪਤੀ ਦੇ ਦਰਸ਼ਨ ਇੱਕ 9 ਲੱਖੇ ਹਾਰ ਦੇ ਬਦਲੇ ਮੈਨੂੰ ਵੇਚ ਦਿੱਤੇ ਹੋਣ। ਰਾਜੇ ਨੇ ਪੁੱਛਿਆ, ਉਹਨੇ ਸਾਰੀ ਗੱਲ ਦੱਸੀ। ਰਾਜੇ ਨੇ ਬਾਹੋਂ ਫੜ ਕੇ ਉਸ ਛੋਟੀ ਰਾਣੀ ਨੂੰ ਮਹਿਲਾਂ ਤੋਂ ਬਾਹਰ ਕੱਢ ਦਿੱਤਾ ਤੇ ਛੋਟੀ ਰਾਣੀ ਨਾਲੇ ਤਾਂ ਮਹਿਲਾਂ ਤੋਂ ਬਾਹਰ ਨਿਕਲੀ, ਹੱਥ ਵਿੱਚ 9 ਲੱਖਾ ਹਾਰ ਫੜਿਆ, ਉਸ ਹਾਰ ਦੇ ਮਣਕੇ ਤੋੜ ਕੇ ਸੁੱਟਦੀ ਜਾਂਦੀ ਏ ਤੇ ਨਾਲੇ ਕਹਿੰਦੀ ਮੈਂ ਅੱਗ ਲਾਵਾਂ ਐਸੇ ਹਾਰ ਨੂੰ ਜਿਹਨੇ ਮੇਰੇ ਜੀਵਨ ਨੂੰ ਹਰਾ ਦਿੱਤਾ। ਭਾਈ ਚੂਹੜ ਉੱਥੇ ਕਹਿੰਦੇ ਨੇ ਕਿ ਸੱਚਮੁੱਚ ਕਿਤੇ ਐਵੇਂ ਤਾਂ ਨਹੀਂ ਹੁੰਦਾ ਕਿ ਅਸੀਂ ਆਪਣੇ ਜੀਵਨ ਨੂੰ ਧਨ ਦੌਲਤ ਕਰਕੇ ਹੀ ਹਾਰ ਜਾਂਦੇ ਹਾਂ। ਅਸਲ ਪਰਮਾਤਮਾ ਜਿਹੜਾ ਪਤੀ ਹੈ ਸਾਡਾ, ਉਹਦੇ ਦਰਸ਼ਨਾਂ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਫਿਰ ਲਖਨਊ ਜਦੋਂ ਜਾਂਦੇ ਨੇ ਤੇ ਭਾਈ ਚੂਹੜ ਜੀ ਦਾ ਮਿਲਾਪ ਹੁੰਦਾ ਹੈ। ਭਾਈ ਚੂਹੜ ਜੀ ਨੇ ਸਤਿਗੁਰੂ ਮਹਾਰਾਜ ਜੀ ਦੀ ਰੱਜ ਕੇ ਸੇਵਾ ਕੀਤੀ, ਕਿਉਂਕਿ ਮਨ ਦੇ ਵਿੱਚ ਦਰਸ਼ਨਾਂ ਦੀ ਜਿੰਦੇ ਤਾਂਘ ਹੋਵੇ ਉਹੀ ਜਾਣ ਸਕਦਾ ਹੈ ਕਿ ਦਰਸ਼ਨਾਂ ਦਾ ਅਸਲ ਦੇ ਵਿੱਚ ਮੁੱਲ ਕੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਇੱਥੋਂ ਲਖਨਊ ਤੋਂ ਅੱਗੇ ਸ਼ਾਹਜਹਾਨਪੁਰ ਜਾਂਦੇ ਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਸ਼ਾਹਜਹਾਨਪੁਰ ਜਾਂਦੇ ਨੇ ਤੇ ਇੱਥੇ ਇੱਕ ਸਿੱਖ ਹੈ ਜਿਹਨੂੰ ਜੱਟੂ ਤਪਾ ਕਰਕੇ, ਜਿੰਦਾ ਨਾਮ ਇਤਿਹਾਸ ਨੇ ਲਿਖਿਆ ਹੈ। ਇਹ ਜੱਟੂ ਤਪਾ ਜਿਹੜਾ ਸੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਵਿੱਚ ਆਇਆ। ਇਹਦੇ ਮਨ ਦੇ ਵਿੱਚ ਬਹੁਤ ਤਪ ਦਾ ਭੂਤ ਸਵਾਰ ਸੀ ਕਿ ਮੈਂ ਬਹੁਤ ਤਪ ਕਰਦਾ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਸ ਦਿਨ ਦਰਸ਼ਨ ਕੀਤੇ ਉਸ ਦਿਨ ਫਿਰ ਧੂਣੇ ਜਿਹੜੇ ਬਾਹਰ ਬਲਦੇ ਸੀ ਉਹ ਵੀ ਬੁਝ ਗਏ ਅਤੇ ਜਿਹੜੀ ਅੰਦਰ ਈਰਖਾ ਦੀ ਧੂਣੀਆਂ ਲਾ ਕੇ ਬੈਠਾ ਸੀ, ਉੱਚੀ ਜਾਤ ਦਾ ਤਪ ਦਾ ਹੰਕਾਰ ਕਰਕੇ ਬੈਠਾ ਸੀ, ਉਹ ਹੰਕਾਰ ਦੇ ਧੂਣੇ ਵੀ ਅੰਦਰੋਂ ਵੀ ਬੁਝੇ
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕਰ ਦਿੱਤੀ। ਸਤਿਗੁਰੂ ਮਹਾਰਾਜ ਜੀ ਨੇ ਫਿਰ ਇਹਨਾਂ ਨੂੰ ਪ੍ਰਚਾਰ ਦੇ ਵਾਸਤੇ ਭੇਜਿਆ। ਸਹਾਰਨਪੁਰ ਦੇ ਇਲਾਕੇ, ਸ਼ਾਹਜਹਾਨਪੁਰ ਦੇ ਇਲਾਕੇ ਦੇ ਵਿੱਚ ਇਹਨਾਂ ਨੇ ਫਿਰ ਜਾ ਕੇ ਪ੍ਰਚਾਰ ਕਰਨਾ ਕੀਤਾ। ਭਾਈ ਗੁਰਦਾਸ ਸਾਹਿਬ ਜੀ ਇਹਨਾਂ ਦਾ ਨਾਮ ਹੀ ਭਗਤਾਂ ਦੀ ਸੂਚੀ ਦੇ ਵਿੱਚ ਲਿਖਦੇ ਨੇ। ਕਹਿੰਦੇ ਨੇ ਜਟੂ ਤਪਾਸੋ ਜੌਨਪੁਰ ਗੁਰਮਤਿ ਨਿਹਚਲ ਸੇਵ ਕਮਾਈ। ਨਿਹਚਲ ਇੱਕ ਰਸ ਲਗਾਤਾਰ ਉਹਨਾਂ ਨੇ ਗੁਰਮਤਿ ਦੀ ਰਹਿਣੀ ਦੇ ਵਿੱਚ ਰਹਿ ਕਰਕੇ ਉਹਨਾਂ ਨੇ ਸੇਵਾ ਕਰਨਾ ਕੀਤੀ। ਇਸ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਰੇਲੀ ਜਾਂਦੇ ਨੇ। ਬਰੇਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਾਸ਼ੀ ਮੈਦਾਨ ਜਿਹੜਾ ਜੰਗਲ ਦੇ ਵਿੱਚ ਪੈਂਦਾ ਸੀ, ਉੱਥੇ ਮਹਾਰਾਜ ਜੀ ਨੇ ਡੇਰਾ ਕਰਨਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਸਥਾਨ 'ਤੇ ਜਿੱਥੇ ਡੇਰਾ ਕੀਤੇ ਉੱਥੇ ਫਿਰ ਨਗਰ ਵਸਿਆ। ਵਿਦਵਾਨ ਸੱਜਣ ਲਿਖਦੇ ਨੇ ਤਜ ਪਟਨਾ ਕਾਸ਼ੀ ਪੁਨ ਥਏ ਤਹਿ ਤੇ ਜਾਤ ਅਯੁੱਧਿਆ ਪਏ। ਉਹ ਸਤਿਗੁਰੂ ਮਹਾਰਾਜ ਜੀ ਦੇ ਇਸ ਦੌਰੇ ਨੂੰ ਕਿ ਪਟਨੇ ਦੀ ਧਰਤੀ ਤੋਂ ਮਹਾਰਾਜ ਜਿਸ ਵੇਲੇ ਇਹ ਪੰਜਾਬ ਦੀ ਧਰਤੀ ਨੂੰ ਚੱਲਦੇ ਨੇ ਤੇ ਉਹਨਾਂ ਦਾ ਜ਼ਿਕਰ ਕਰਦਿਆਂ ਲਿਖਦੇ ਨੇ ਕਿ ਤਜ ਪਟਨਾ ਕਾਸ਼ੀ ਪੁਨ ਥਏ। ਸਤਿਗੁਰੂ ਮਹਾਰਾਜ ਪਟਨੇ ਤੋਂ ਚੱਲ ਕੇ ਕਾਸ਼ੀ ਪਹੁੰਚੇ, ਤਹਿ ਤੇ ਜਾਤ ਅਯੁੱਧਿਆ ਪਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉੱਥੋਂ ਫਿਰ ਅਯੁੱਧਿਆ ਗਏ। ਆਗੇ ਪੰਥ ਚਲਤ ਜਬ ਭਏ ਲਖਨਾਏ ਕੇ ਨਿਕਟ ਸਦਏ। ਆਗੇ ਪੰਥ ਚਲਤ, ਸਤਿਗੁਰੂ ਮਹਾਰਾਜ ਪੰਥ ਤੇ ਰਸਤੇ ਤੇ ਮਾਰਗ ਤੇ ਚੱਲਦਿਆਂ ਹੋਇਆਂ ਮਹਾਰਾਜ ਫਿਰ ਲਖਨਊ ਪਹੁੰਚੇ। ਤਹਿ ਕੀ ਸੰਗਤ ਪ੍ਰੇਮ ਪ੍ਰਕਾਸ਼ਾ ਪਗ ਪੰਕਜ ਮਹਿ ਕੀਨ ਨਿਵਾਸਾ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਜਾਂਦੇ ਨੇ ਲਖਨਊ ਗਏ, ਸਤਿਗੁਰੂ ਮਹਾਰਾਜ ਬਰੇਲੀ ਗਏ, ਸ਼ਾਹਜਹਾਨਪੁਰ ਜਾਂਦੇ ਨੇ ਤੇ ਸੰਗਤ ਨੇ ਜਿਹੜਾ ਸੀ ਬਹੁਤ ਸਤਿਗੁਰੂ ਮਹਾਰਾਜ ਜੀ ਦੇ ਨਾਲ ਪ੍ਰੇਮ ਕੀਤਾ। ਚਰਨਾਂ ਦੇ ਉੱਤੋਂ ਬਲਿਹਾਰ ਜਾਂਦੇ ਨੇ। ਜਿਵੇਂ ਭੱਟ ਸਾਹਿਬਾਨ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਚਰਨ ਜਿਹੜੇ ਨੇ ਉਹ ਕਮਲ ਦੇ ਫੁੱਲਾਂ ਵਾਂਗ ਨੇ ਤੇ ਸਿੱਖ ਜਿਹੜੇ ਨੇ ਉਹ ਭੌਰੇ ਦੇ ਸਮਾਨ ਨੇ ਤੇ ਆਪ ਜੀ ਦੇ ਚਰਨਾਂ ਤੋਂ ਹਰ ਵੇਲੇ ਸਿੱਖ ਜਿਹੜੇ ਆ ਉਹ ਬਲਿਹਾਰ ਜਾਣ ਵਾਸਤੇ ਤਿਆਰ ਰਹਿੰਦੇ ਨੇ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿਹੜੇ ਵੇਲੇ ਆਪ ਜੀ ਹੁਕਮ ਕਰੋ ਤੇ ਆਪ ਜੀ ਦੇ ਚਰਨਾਂ ਤੋਂ ਅਸੀਂ ਸਦਕੇ ਜਾ ਸਕਦੇ ਹਾਂ। ਏਕ ਨਿਸ ਹਮਕੋ ਨਿਸਤਾਰੋ ਪੁਨੇ ਬਰੇਲੀ ਔਰ ਪਧਾਰੋ। ਮਹਾਰਾਜ ਪਾਤਸ਼ਾਹ ਜੀ ਫਿਰ ਬਰੇਲੀ ਜਾਂਦੇ ਆ। ਬਰੇਲੀ ਤੋਂ ਸਤਿਗੁਰੂ ਮਹਾਰਾਜ ਪੀਲੀਭੀਤ ਗਏ ਤੇ ਪੀਲੀਭੀਤ ਤੋਂ ਮਹਾਰਾਜ ਜੀ ਨਾਨਕ ਮੱਤੇ ਜਾਂਦੇ ਆ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਜਿਸ ਥਾਂ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ, ਉਹਨਾਂ ਦੇ ਅਸਥਾਨ ਜਿਹੜੇ ਸੁਭਾਏਮਾਨ ਸਨ। ਜਿਵੇਂ ਮੁਰਾਦਾਬਾਦ ਦੇ ਅੰਦਰ ਸੀ, ਸਤਿਗੁਰੂ ਮਹਾਰਾਜ ਨੇ ਰਾਮ ਗੰਗਾ ਕਿਨਾਰੇ ਡੇਰਾ ਵੀ ਕੀਤਾ। ਗੁਰ ਅਸਥਾਨ ਜਿਹੜੇ ਸਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੀਲੀਭੀਤ, ਨਾਨਕ ਮਤਾ ਇਤਿਆਦਿਕ ਜਿਹੜੇ ਅਸਥਾਨ ਸਨ, ਸਤਿਗੁਰੂ ਮਹਾਰਾਜ ਜੀ ਦੇ ਅਸਥਾਨਾਂ ਦੀ ਦੁਬਾਰਾ ਸੇਵਾ ਕਰਾਉਣਾ ਕੀਤੀ, ਸੰਗਤ ਨੂੰ ਪ੍ਰੇਰਿਤ ਕਰਨਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਇਸ ਤਰੀਕੇ ਦੇ ਨਾਲ ਜਿਹੜਾ ਸੀ ਉਹ ਸੰਗਤ ਨੂੰ ਨਾਲ ਤਾਂ ਉਪਦੇਸ਼ ਦਿੰਦੇ ਜਾਂਦੇ ਨੇ। ਔਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਰਨ ਪਾਏ ਸਨ, ਉਹਨਾਂ ਅਸਥਾਨਾਂ ਦੀ ਵੀ ਮਹਾਰਾਜ ਜੀ ਨੇ ਸੇਵਾ ਕਰਾਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਸੇ ਹੀ ਅਸਥਾਨ ਮੁਰਾਦਾਬਾਦ ਦੀ ਧਰਤੀ ਦੇ ਉੱਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿਸੇ ਨੇ ਬੇਨਤੀ ਕੀਤੀ। ਸਿੱਖ ਆਖਦੇ ਨੇ ਮਹਾਰਾਜ ਇਹ ਜੀਵ ਜਿਹੜਾ ਹੈ ਇਹ ਅਮਰ ਕਿਵੇਂ ਹੋ ਸਕਦਾ ਹੈ? ਜੀਵ ਮਰਨ ਤੋਂ ਰਹਿਤ ਉਹਦਾ ਜੀਵਨ ਕਿਵੇਂ ਹੋ ਸਕਦਾ ਹੈ? ਕਿਉਂਕਿ ਹਰ ਜਿਹੜਾ ਜੀਵ ਹੈ, ਹਰ ਇਨਸਾਨ ਜਿਹੜਾ ਹੈ ਨਾ, ਉਹ ਮੌਤ ਦੇ ਚੱਕਰ ਦੇ ਵਿੱਚ ਵੱਜਿਆ ਹੋਇਆ ਹੈ। ਮੌਤ ਦਾ ਜਿਹੜਾ ਡੰਡਾ ਹੈ ਉਹ ਹਰ ਇੱਕ ਦੇ ਸਿਰ ਦੇ ਉੱਪਰ ਬੈਠਿਆ ਹੋਇਆ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਬਾਣੀ ਦੇ ਵਿੱਚ ਕਿਰਪਾ ਕੀਤੀ ਹੈ। ਮਹਾਰਾਜ ਕਹਿੰਦੇ ਨੇ ਕਿ ਮਰਨ ਲਿਖਾਏ ਮੰਡਲ ਮਹਿ ਆਏ, ਕਿ ਜੀਵ ਦਾ ਜਿਸ ਦਿਨ ਜੀਵਨ ਸਾਜਿਆ ਜਾਂਦਾ ਹੈ, ਜਿਸ ਦਿਨ ਉਹਦੇ ਸਰੀਰ ਦਾ ਵਿਕਾਸ ਹੋਣਾ ਹੈ, ਜਿਸ ਦਿਨ ਉਹਨੇ ਧਰਤੀ ਦੇ ਉੱਪਰ ਆਉਣਾ ਹੈ, ਮਾਂ ਦੀ ਕੁੱਖ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਜੀਵ ਜਿਹੜਾ ਹੈ ਉਹਦੇ ਇਸ ਸੰਸਾਰ ਤੋਂ ਜਾਣ ਦਾ ਦਿਨ ਨਿਸ਼ਚਿਤ ਹੋ ਜਾਂਦਾ ਹੈ। ਔਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜਾਂ ਭਾਈ ਗੁਰਦਾਸ ਸਾਹਿਬ ਜੀ ਦੇ ਵੀ ਅਸੀਂ ਬਚਨ ਪੜ੍ਹਦੇ ਹਾਂ ਕਿ ਵਾਸਨਾ ਬੱਧਾ ਆਵੇ ਜਾਏ, ਕਿ ਵਾਸਨਾ ਦੇ ਵਿੱਚ ਬੱਧਾ ਵਾਸ਼ਨਾਵਾਂ ਜਿਹੜੀਆਂ ਨੇ, ਮਹਾਰਾਜ ਕਹਿੰਦੇ ਨੇ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ।
ਕਿ ਇਹ ਵਾਸ਼ਨਾ ਬਾਰ-ਬਾਰ ਦਾ ਜਨਮ ਕਰਵਾ ਦਿੰਦੀਆਂ ਨੇ। ਵਾਸ਼ਨਾ ਕਰਕੇ ਹੀ ਬਾਰ-ਬਾਰ ਜੀਵ ਜੰਮਦਾ ਹੈ, ਫਿਰ ਮਰਦਾ ਹੈ, ਫਿਰ ਜੰਮਦਾ ਹੈ, ਫਿਰ ਮਰਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਕੀਤੀ। ਮਹਾਰਾਜ ਕਹਿੰਦੇ ਨੇ ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ। ਇਹ ਸਭ ਤੋਂ ਵੱਡੀ ਸਜ਼ਾ ਹੋ ਜਾਂਦੀ ਹੈ ਕਿ ਬਾਰ-ਬਾਰ ਜਨਮ ਮਿਲ ਜਾਣਾ। ਤੇ ਜੇ ਬਾਰ-ਬਾਰ ਜਨਮ ਮਿਲੇਗਾ ਤੇ ਮਹਾਰਾਜ ਕਹਿੰਦੇ ਨੇ ਫਿਰ ਉਸ ਜਨਮ ਤੋਂ ਬਾਅਦ ਵਿੱਚ ਮੌਤ ਵੀ ਨਿਸ਼ਚਿਤ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੱਖ ਨੇ ਸਵਾਲ ਕਰਨਾ ਕੀਤਾ, ਕਹਿਣ ਲੱਗੇ ਮਹਾਰਾਜ ਇਹ ਜੀਵ ਅਮਰ ਕਿਵੇਂ ਹੋ ਸਕਦਾ ਹੈ? ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਕਿ ਹਉਮੈ ਨੂੰ ਮਾਰੇ ਤਾਂ ਇਹ ਜੀਵਨ ਜਿਹੜਾ ਹੈ ਉਹ ਅਮਰ ਹੋ ਸਕਦਾ ਹੈ, ਜੀਵ ਦਾ ਜੀਵਨ ਜਿਹੜਾ ਹੈ ਉਹ ਸਫਲ ਹੋ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਹਉਮੈ ਹੀ ਹੈ, ਇਹ ਹੰਕਾਰ ਹੀ ਹੈ, ਜਿੰਦੇ ਕਰਕੇ ਜੀਵ ਜਿਹੜਾ ਹੈ ਉਹ ਬਾਰ-ਬਾਰ ਜੰਮਦਾ ਤੇ ਮਰਦਾ ਰਹਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਇਸ ਤੋਂ ਅੱਗੇ ਲਖਨੌਰ ਜਾਂਦੇ ਨੇ। ਇਹ ਲਖਨੌਰ ਦੀ ਉਹੀ ਧਰਤੀ ਹੈ ਜਿਸ ਧਰਤੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਮਾਤਾ ਗੁਜਰੀ ਜੀ ਦੇ ਪਿਤਾ ਜੀ ਭਾਈ ਲਾਲ ਚੰਦ ਜੀ ਇੱਥੇ ਨਿਵਾਸ ਕਰਿਆ ਕਰਦੇ ਸੀ। ਲਖਨੌਰ ਦੀ ਧਰਤੀ ਦੇ ਉੱਤੇ ਇੱਕ ਖੂਹ ਹੈ, ਜਿਸ ਖੂਹ ਦੇ ਪਾਣੀ ਦੇ ਨਾਲ ਘਰਾਂ ਦੇ ਵਿੱਚ ਦਾਲ ਬਣਦੀ ਹੈ। ਜੇਕਰ ਉਸ ਖੂਹ ਦੇ ਪਾਣੀ ਤੋਂ ਬਗੈਰ ਕੋਈ ਆਪਣੇ ਘਰ ਦੇ ਪਾਣੀ ਦੇ ਨਾਲ ਕੋਈ ਦਾਲ ਬਣਾਵੇ, ਉਹ ਦਾਲ ਗਲਦੀ ਨਹੀਂ। ਜੇਕਰ ਉਹ ਖੂਹ ਦੇ ਵਿੱਚੋਂ, ਜਿੱਥੇ ਮਾਤਾ ਗੁਜਰੀ ਜੀ ਦਾ ਖੂਹ ਨੂੰ ਕਿਹਾ ਜਾਂਦਾ ਹੈ, ਉਸ ਖੂਹ ਦੇ ਪਾਣੀ ਨਾਲ, ਉਸ ਖੂਹ ਦੇ ਪਾਣੀ ਵਿੱਚ ਇਹ ਤਸੀਰ ਹੈ, ਇਹ ਸ਼ਕਤੀ ਹੈ ਕਿ ਉਹਦੇ ਨਾਲ ਹੀ ਦਾਲ ਉੱਥੋਂ ਦੀ ਗਲਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਫਿਰ ਸਤੰਬਰ ਦੇ ਮਹੀਨੇ 1670 ਦੇ ਅੰਦਰ ਮਹਾਰਾਜ ਪਾਤਸ਼ਾਹ ਜੀ ਲਖਨੌਰ ਜਾਂਦੇ ਆ। ਸਤਿਗੁਰ ਮਹਾਰਾਜ ਲਖਨੌਰ ਗਏ। ਉੱਥੇ ਸਤਿਗੁਰ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿਸੇ ਸਿੱਖ ਨੇ, ਕਹਿਣ ਲੱਗੇ ਮਹਾਰਾਜ ਇਹ ਮਨ ਰੂਪੀ ਜਿਹੜਾ ਸ਼ੀਸ਼ਾ ਹੈ ਇਹਨੂੰ ਕਿਵੇਂ ਸਾਫ਼ ਕਰੀਏ? ਸਾਡਾ ਮਨ ਰੂਪੀ ਸ਼ੀਸ਼ਾ ਹੀ ਧੁੰਦਲਾ ਹੋ ਚੁੱਕਿਆ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਹੜੇ ਤਰੀਕੇ ਦੇ ਨਾਲ ਇਹ ਸਾਫ਼ ਹੋ ਸਕਦਾ ਹੈ? ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਵੇਲੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੇ ਅੰਦਰੋਂ ਅਸ਼ਟਪਦੀ ਜਿਹੜੀ ਹੈ 9ਵੀਂ ਅਸ਼ਟਪਦੀ ਦੀ ਪਹਿਲੀ ਪੌੜੀ ਸਤਿਗੁਰ ਮਹਾਰਾਜ ਜੀ ਨੇ ਸੁਣਾਉਣਾ ਕੀਤੀ ਕਿ ਮਿਥਿਆ ਨਾਹੀਂ ਰਸਨਾ ਪਰਸ। ਪਹਿਲੀ ਤਾਂ ਗੱਲ ਕਿ ਜੀਵ ਦੇ ਨਾਲ ਜਿਹੜਾ ਹੈ ਉਹ ਮਿਥਿਆ ਝੂਠ ਨਹੀਂ ਬੋਲਣਾ। ਮਹਾਰਾਜ ਕਹਿੰਦੇ ਨੇ ਫਿਰ ਮਨ ਦੇ ਵਿੱਚ ਕੀ ਹੋਵੇ? ਮਨ ਮਹਿ ਪ੍ਰੀਤ ਨਿਰੰਜਨ ਦਰਸ। ਮਨ ਦੇ ਵਿੱਚ ਇੱਕ ਹੀ ਇੱਛਾ ਹੋਵੇ ਕਿ ਮੈਂ ਪਰਮਾਤਮਾ ਵਾਹਿਗੁਰੂ ਉਸ ਨਿਰੰਕਾਰ ਦੇ, ਉਸ ਨਿਰੰਜਨ ਦੇ ਦਰਸ਼ਨ ਕਰਨੇ ਹਨ। ਪਰ ਤ੍ਰੈ ਰੂਪ ਨਾ ਪੇਖੈ ਨੇਤਰ। ਹੁਣ ਪਰ ਜਿਹੜਾ ਰੂਪ ਹੈ, ਪਰਾਈ ਇਸਤਰੀ ਜਿਹੜੀ ਹੈ ਜਾਂ ਪਰਾਇਆ ਪੁਰਸ਼ ਦਾ ਰੂਪ ਹੈ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਪਰ ਤ੍ਰੈ ਦੇ ਵੈਸੇ ਅਰਥ ਜਿਹੜੇ ਨੇ ਉਹ ਇਸਤਰੀ ਹੀ ਕੀਤਾ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਨੇ ਕਿ ਅੰਦਰੋਂ ਵਾਸਨਾ ਖਤਮ ਹੋ ਚੁੱਕੀ ਹੋਵੇ, ਪਰਾਇਆ ਰੂਪ ਨਾ ਨੇਤਰ ਅੱਖਾਂ ਵੇਖਦੀਆਂ ਹੋਵਨ। ਸਤਿਗੁਰੂ ਕਹਿੰਦੇ ਨੇ ਸਾਧ ਕੀ ਟਹਿਲ ਸੰਤ ਸੰਗ ਹੇਤ। ਤੇ ਗੁਰਮੁਖ ਪਿਆਰੇ ਨਾਮ ਜਪਣ ਵਾਲਿਆਂ ਦੀ ਜੀਵ ਸੰਗਤ ਕਰਦਾ ਹੋਵੇ, ਕਰਨ ਨਾ ਸੁਨੇ ਕਾਹੂ ਕੀ ਨਿੰਦਾ। ਹੁਣ ਮਹਾਰਾਜ ਨੇ ਦੇਖੋ ਇੱਕ ਪਾਸੇ ਕਹਿੰਦੇ ਨੇ ਕਿ ਰਸਨਾ ਜਿਹੜੀ ਹੈ ਉਹ ਝੂਠ ਨਾ ਬੋਲੇ, ਜੀਵ ਦਾ ਵੀ ਹੁਕਮ ਕਰ ਦਿੱਤਾ ਕਿ ਜੀਵ ਦਾ ਕੀ ਕੰਮ ਹੈ। ਦੂਸਰਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਰਤਰੇ ਰੂਪ ਨਾ ਪੇਖੇ ਨੇਤਰ। ਅੱਖਾਂ ਜਿਹੜੀਆਂ ਨੇ ਉਹ ਮਾੜਾ ਨਾ ਦੇਖਣ, ਅੱਖਾਂ ਦੇ ਉੱਤੇ ਵੀ ਮਹਾਰਾਜ ਨੇ ਉਪਦੇਸ਼ ਕਰ ਦਿੱਤਾ। ਤੀਸਰਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਰਨ ਨਾ ਸੁਨੇ ਕਾਹੂ ਕੀ ਨਿੰਦਾ। ਕੰਨਾਂ ਦੇ ਵਾਸਤੇ ਵੀ ਮਹਾਰਾਜ ਉਪਦੇਸ਼ ਕਰਦੇ ਨੇ ਕਿ ਕੰਨਾਂ ਦੇ ਨਾਲ ਨਿੰਦਿਆ ਨਹੀਂ ਸੁਣਨੀ, ਹੋ ਸਕੇ ਤਾਂ ਇਹਨਾਂ ਨਾਲ ਵੱਧ ਤੋਂ ਵੱਧ ਨਾਮ ਸੁਣੋ। ਸਭ ਤੇ ਜਾਣੇ ਆਪਸ ਕੋ ਮੰਦਾ। ਤੇ ਕਿਸੇ ਦੀ ਨਿੰਦਿਆ ਸੁਣ ਕੇ ਜਾਂ ਆਪਣੀ ਵਡਿਆਈ ਸੁਣ ਕੇ ਹੰਕਾਰ ਨਾ ਕਰੀ, ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਜਾਣੀ। ਗੁਰ ਪ੍ਰਸਾਦ ਵਿਖਿਆ ਪਰ ਹਰੇ, ਗੁਰੂ ਦੀ ਕਿਰਪਾ ਮੰਗਿਆ ਕਰ। ਗੁਰੂ ਦੀ ਕਿਰਪਾ ਦੇ ਨਾਲ ਹਉਮੈ ਹੰਕਾਰ ਵਿਖਿਆ ਜ਼ਹਿਰ ਜਿਹੜਾ ਹੈ ਉਹ ਜੀਵਨ 'ਚੋਂ ਚਲੇ ਜਾਂਦਾ ਹੈ। ਮਨ ਕੀ ਬਾਸਨਾ ਮਨ ਤੇ ਟਰੇ। ਤੇ ਮਨ ਜਿਹੜਾ ਵਾਸ਼ਨਾਵਾਂ ਦੇ ਨਾਲ ਭਰਿਆ ਹੋਇਆ ਹੈ ਇਹ ਮਨ ਸਾਫ਼ ਹੋ ਜਾਏਗਾ। ਇੰਦਰੀ ਜਿਤ ਪੰਚ ਦੋਖ ਤੇ ਰਹਿਤ। ਜਿੰਦਾ ਜੀਵਨ, ਜਿੰਦਾ ਮਨ, ਜਿੰਦੀ ਆਤਮਾ, ਜਿੰਦਾ ਅੰਦਰ ਜਿਹੜਾ ਹੈ ਉਹ ਪੰਜ ਦੋਖਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੋ ਜਾਂਦਾ ਹੈ। ਨਾਨਕ ਕੋਡ ਮਦੇ ਕੋ ਐਸਾ ਅਪਰਸ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਰੋੜਾਂ ਦੇ ਵਿੱਚੋਂ ਐਸਾ ਗੁਰਮੁਖ ਹੁੰਦਾ ਹੈ
ਜਿਹੜੇ ਆਪਣੇ ਜੀਵਨ ਨੂੰ ਪਵਿੱਤਰ ਕਰਕੇ ਉਸ ਪਰਮਾਤਮਾ ਦੇ ਵਿੱਚ ਲੀਨ ਕਰ ਲੈਂਦਾ ਹੈ। ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਨ ਕਿ ਮਹਾਰਾਜ ਜੀ ਦਾ ਜੀਵਨ, ਉਹਨਾਂ ਦੀ ਜੀਵਨ ਯਾਤਰਾ ਲਖਨੌਰ ਤੱਕ ਆਪਾਂ ਸਰਵਣ ਕੀਤੀ ਹੈ। ਬਾਕੀ ਦਾ ਜੀਵਨ ਇਤਿਹਾਸ ਜਿਹੜਾ ਹੈ ਅੱਗੇ ਸਰਵਣ ਕਰਾਂਗੇ। ਅਰਦਾਸ ਕਰੀਏ, ਸਤਿਗੁਰੂ ਮਹਾਰਾਜ ਆਪ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਬਰੇ, ਤਿੱਤੇ ਲਿਹੋ ਉਭਾਰ। ਗੁਰੂ ਕਿਰਪਾ ਕਰੇ, ਸਭਨਾਂ ਦੀ ਹਾਜ਼ਰੀ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ